ਸੀ। ਜਦੋਂ ਲੋਕਡਾਊਨ ਹੋਇਆ ਜੀ ਉਸ ਤੋਂ ਪਹਿਲਾਂ ਮੈਂ ਚੰਡੀਗੜ੍ਹ ਰਹਿੰਦਾ ਸੀਗਾ ਤੇ ਚੰਡੀਗੜ੍ਹ ਤੋਂ ਪਹਿਲਾਂ ਮੈਂ ਅਮਰੀਕਾ ਗਿਆ ਹੋਇਆ ਸੀਗਾ ਜੀ। 6 ਮਹੀਨਿਆਂ ਬਾਅਦ ਮੈਂ ਉੱਥੋਂ ਆਇਆ ਸੀਗਾ, ਆ ਕੇ ਮੈਂ ਚੰਡੀਗੜ੍ਹ ਵਗ ਗਿਆ ਜੀ ਵੀ ਉੱਥੇ ਕੋਈ ਪੀਜ਼ਾ ਬਰਗਰ ਵਗੈਰਾ ਦਾ ਰੈਸਟੋਰੈਂਟ ਕਰਾਂਗੇ। ਸੋ ਉਸ ਕਰਕੇ ਜੀ ਸਾਨੂੰ ਪਿੰਡ ਮੁੜਨਾ ਪੈ ਗਿਆ ਉੱਥੋਂ। ਜੋ ਪਿੰਡ ਮੁੜ ਕੇ ਆਏ ਇੱਥੇ ਫਿਰ ਸੋਚਿਆ ਜੀ ਵੀ ਘਰੇ ਤੁਹਾਨੂੰ ਪਤਾ ਲੋਕਡਾਊਨ ਦੇ ਵਿੱਚ ਘੁੱਟਣ ਮਹਿਸੂਸ ਹੁੰਦੀ ਸੀ, ਤਾਂ ਕਰਕੇ ਅਸੀਂ ਖੇਤੀ ਕਰਨੀ ਆਏ। ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਬੰਦੇ ਨੇ ਖੁਦ ਐਗਰੀਕਲਚਰ ਦੇ ਵਿੱਚ ਪੜ੍ਹਾਈ ਲਿਖਾਈ ਕਰਕੇ ਤੇ ਬੰਦਾ ਚੰਡੀਗੜ੍ਹ ਵੀ ਰਿਹਾ, ਉਦੋਂ ਬਾਅਦ ਉਸ ਤੋਂ ਬਾਵਜੂਦ ਫਿਰ ਵੀ ਮਿਹਨਤ ਕਰਕੇ ਖੁਦ ਆਪਣੀ ਫਸਲ ਨੂੰ ਆਪਣੇ ਹੱਥੀਂ ਵੇਚ ਰਿਹਾ ਹੈ। ਡੇਲੀ ਦਾ ਮੰਨ ਕੇ ਚਲੋ ਜੀ ਮੇਰੀ 1000 1200 1300 ਕਿਤੇ 1500 ਰੁਪਏ ਤੱਕ ਵੀ ਕਹਾਣੀ ਵਗ ਜਾਂਦੀ ਵੀ 1000 ਤੋਂ ਡੇਗਾ ਨਹੀਂ ਹੈਗਾ ਕੰਮ ਜੀ। ਧਨੀਆ ਇਦੋਂ ਪਹਿਲਾਂ ਮੈਂ ਇੱਕ ਦਿਨ ਹਿਸਾਬ ਲਾਇਆ ਸੀਗਾ ਜੀ, ਆਪਾਂ 85000 ਰੁਪਏ ਦਾ ਧਨੀਆ ਵੇਚਤਾ ਜੀ 4 ਵਿਗੇ ਥਾਂ ਦੇ ਵਿੱਚੋਂ, ਉਹ ਵੀ ਮੈਂ ਆਪ ਰਿਟੇਲ ਕਰਕੇ। ਜਿਹੜੇ ਹੋਰ ਬੇਰੁਜ਼ਗਾਰ ਲੋਕ ਆ ਵੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ, ਜ਼ਮੀਨਾਂ ਦਾ ਤਕਰੀਬਨ ਜੱਟਾਂ ਦੇ ਮੁੰਡਿਆਂ ਕੋਲ ਸਾਰਿਆਂ ਕੋਲ ਹੀ ਹੈ। ਕੋਈ ਚੰਡੀਗੜ੍ਹ ਘੁੰਮਦਾ ਫਿਰਦਾ, ਕੋਈ ਕਿਤੇ ਫਿਰਦਾ। ਤਕਰੀਬਨ ਹੁਣ ਸਰਕਾਰਾਂ ਕਿੰਨੇ ਕੁ ਬੰਦਿਆਂ ਨੂੰ ਨੌਕਰੀਆਂ ਦੇ ਦੇਣੀਆਂ। ਜਿੱਥੇ ਰੋਜ਼ਗਾਰ ਨਾ ਹੋਣ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ, ਉੱਥੇ ਹੀ ਬਰਨਾਲਾ ਦੇ ਸੁਖਵਿੰਦਰ ਸਿੰਘ ਨੇ ਅਮਰੀਕਾ ਤੋਂ ਵਾਪਸ ਆ ਕੇ ਜੈਵਿਕ ਖੇਤੀ ਕਰਕੇ ਹਰ ਇੱਕ ਲਈ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਮਰੀਕਾ ਤੋਂ ਵਾਪਸ ਆਇਆ ਹੈ ਅਤੇ ਉਹ ਚੰਡੀਗੜ੍ਹ ਵਿੱਚ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਸਨ, ਪਰ ਲਾਕਡਾਊਨ ਲੱਗਣ ਕਾਰਨ ਉਸ ਨੂੰ ਪਿੰਡ ਵਾਪਸ ਆਉਣਾ ਪਿਆ ਅਤੇ ਇਸ ਦੌਰਾਨ ਉਸਨੇ ਜੈਵਿਕ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਹੁਣ ਉਹ ਆਪਣੀ 10 ਏਕੜ ਜ਼ਮੀਨ ਵਿੱਚੋਂ 2 ਏਕੜ ਵਿੱਚ ਜੈਵਿਕ ਖੇਤੀ ਕਰਕੇ ਰੋਜ਼ਾਨਾ ਹਜ਼ਾਰਾਂ ਰੁਪਏ ਕਮਾ ਰਿਹਾ ਹੈ। ਆਪਣੇ ਕੋਲੇ 8 ਤੋਂ 10 ਕਿੱਲੇ ਜ਼ਮੀਨ ਆ ਜੀ ਪਿੰਡ ਹਰੀਗੜ੍ਹ ਦੇ ਵਿੱਚ। ਇਹ ਜੋ ਮੈਨੂੰ ਖੇਤੀ ਕਰਨ ਦਾ ਖਿਆਲ ਆਏ, ਮੰਨ ਲਓ ਤੁਸੀਂ ਇਹ ਇੱਕ ਲੋਕਡਾਊਨ ਦੀ ਦੇਣ ਕਹਿ ਸਕਦੇ ਹੋ ਜੀ। ਜਦੋਂ ਲੋਕਡਾਊਨ ਹੋਇਆ ਜੀ ਉਸ ਤੋਂ ਪਹਿਲਾਂ ਮੈਂ ਚੰਡੀਗੜ੍ਹ ਰਹਿੰਦਾ ਸੀਗਾ ਤੇ ਚੰਡੀਗੜ੍ਹ ਤੋਂ ਪਹਿਲਾਂ ਮੈਂ ਅਮਰੀਕਾ ਗਿਆ ਹੋਇਆ ਸੀਗਾ ਜੀ। 6 ਮਹੀਨਿਆਂ ਬਾਅਦ ਮੈਂ ਉੱਥੋਂ ਆਇਆ ਸੀਗਾ, ਆ ਕੇ ਮੈਂ ਚੰਡੀਗੜ੍ਹ ਵਗ ਗਿਆ ਜੀ ਵੀ ਉੱਥੇ ਕੋਈ ਪੀਜ਼ਾ ਬਰਗਰ ਵਗੈਰਾ ਦਾ ਰੈਸਟੋਰੈਂਟ ਕਰਾਂਗੇ। ਤੋ ਤੁਹਾਨੂੰ ਪਤਾ ਜਦੋਂ ਅਸੀਂ ਜਗ੍ਹਾ ਦੇਖਦੇ ਫਿਰਦੇ ਸੀ ਰੈਸਟੋਰੈਂਟ ਕਰਨ ਵਾਸਤੇ, ਉਹਦੇ ਦੌਰਾਨ ਹੀ ਲੋਕਡਾਊਨ ਹੋ ਗਿਆ, ਤੁਹਾਨੂੰ ਪਤਾ 20 ਮਾਰਚ ਨੂੰ। ਸੋ ਉਸ ਕਰਕੇ ਜੀ ਸਾਨੂੰ ਪਿੰਡ ਮੁੜਨਾ ਪੈ ਗਿਆ ਉੱਥੋਂ। ਜੋ ਪਿੰਡ ਮੁੜ ਕੇ ਆਏ ਇੱਥੇ ਫਿਰ ਸੋਚਿਆ ਜੀ ਵੀ ਘਰੇ ਤੁਹਾਨੂੰ ਪਤਾ ਲੋਕਡਾਊਨ ਦੇ ਵਿੱਚ ਘੁੱਟਣ ਮਹਿਸੂਸ ਹੁੰਦੀ ਸੀ, ਤਾਂ ਕਰਕੇ ਅਸੀਂ ਖੇਤੀ ਕਰਨੀ ਆਏ ਜੀ। ਇੱਥੇ ਮੱਕੀ ਲਾਈ, ਮੱਕੀ ਦੇ ਵਿੱਚ ਧਨੀਆ ਲਾਇਆ। ਉਸ ਤੋਂ ਬਾਅਦ ਜਦੋਂ ਜੀ ਧਨੀਏ ਦੀ ਗੱਲ ਆਈ ਇਹਦੀ ਮਾਰਕੀਟਿੰਗ ਕਰਨ ਦੀ, ਮੈਂ ਮੰਡੀ ਦੇ ਵਿੱਚ ਜਾ ਕੇ ਪਤਾ ਕਰਿਆ ਵੀ ਧਨੀਏ ਦਾ ਕੀ ਰੇਟ ਆ, ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ 100 ਰੁਪਏ ਨੂੰ ਵੀ ਸਿੱਟ ਜਾ ਕਰੋ ਵੀ ਜਿੰਨਾ ਕੁ ਹੈਗਾ। ਮੈਂ 4 ਵਿਗੇ ਲਾਇਆ ਪਿਆ ਤੇ ਮੈਂ ਸੋਚਿਆ ਕਮਾਲ ਦੀ ਗੱਲ ਆਈ, ਆਪਾਂ ਇੰਨੀ ਮਿਹਨਤ ਕਰਕੇ ਧਨੀਆ ਪੈਦਾ ਕਰਿਆ। ਜਦੋਂ ਕਿ ਆਪਾਂ ਸਾਰਿਆਂ ਨੂੰ ਪਤਾ ਜੀ ਧਨੀਆ ਗਰਮੀ ਰੁੱਤ ਦੀ ਫਸਲ ਨਹੀਂ ਹੈਗਾ। ਧਨੀਆ ਜਾਂ ਤਾਂ ਪੌਲੀ ਹਾਊਸ ਦੇ ਵਿੱਚ ਹੁੰਦਾ ਗਾ ਧਨੀਆ, ਜਾਂ ਫਿਰ ਸੌਂ ਦੇ ਵਿੱਚ ਹੁੰਦਾ ਜੀ। ਐਡੇ ਵੱਡੇ ਪੱਧਰ ਤੇ 4 ਵਿਗਿਆਂ ਦੇ ਵਿੱਚ ਮੱਕੀ ਦੇ ਵਿੱਚ ਧਨੀਆ ਲਾ ਕੇ ਜੀ ਪੰਜਾਬ ਦੇ ਵਿੱਚ ਅੱਜ ਤੱਕ ਇਹ ਕਾਮਯਾਬ ਨਹੀਂ, ਨਾ ਹੀ ਕਿਸੇ ਨੇ ਤੋਂ ਪਹਿਲਾਂ ਸੋਚਿਆ ਜੀ ਤੇ ਨਾ ਹੀ ਅੱਜ ਤੱਕ ਕਿਸੇ ਨੇ ਕਰਕੇ ਦੇਖਿਆ ਜੀ। ਸੋ ਮੈਂ ਸੋਚਿਆ ਜੀ ਮੈਨੂੰ ਤਾਂ ਇਹ ਕਹਿੰਦੇ 100 ਰੁਪਏ ਕਿਲੋ ਨੂੰ ਡੇਗ ਜਾ। ਮੈਂ ਬਾਹਰ ਰੇਹੜੀਆਂ 'ਤੇ ਪਤਾ ਕਰਿਆ ਵੀ ਕੀ ਰੇਟ ਆ, ਕਹਿੰਦੇ ਕੋਈ 300 ਕਹੇ, ਕੋਈ 350 ਰੁਪਏ ਕਿਲੋ ਕਹੇ, ਕੋਈ ਕਹੇ ਵੀ 100 ਰੁਪਏ ਪਾਈ ਆਗਾ। ਮੈਂ ਸੋਚਿਆ ਵੀ ਜਦੋਂ ਇਹ ਬੰਦੇ ਆਪਾਂ ਤੋਂ 100 ਰੁਪਏ ਕਿਲੋ ਲੈ ਕੇ ਉਹੀ ਆਪਣੇ ਵਾਲੀ ਚੀਜ਼ ਐਡੀ ਦੂਰ ਡੇਗ ਰਹੇ ਨੇਗੇ, ਇਹਨੂੰ ਵੱਧ ਮੁਨਾਫਾ ਕਮਾ ਕੇ ਉਹ ਕਰਨ ਵੀ ਆਪਾਂ ਨੂੰ ਕਹਿੰਦੇ ਡੇਗ ਜਾ। ਤੋਂ ਮੇਰੇ ਦਿਮਾਗ 'ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਚੀਜ਼ ਨੇ ਮੈਨੂੰ ਹਾਰਟ ਕੀਤਾ ਜੀ। ਤੇ ਜਿਵੇਂ ਕਹਿੰਦੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਜੀ ਵੀ ਜਵੈ ਬਾਣ ਲੱਗ ਗਿਆ ਤਵੈ ਰੋਸ ਜਾਗਿਓ। ਸੋ ਮੈਂ ਉਸੇ ਦਿਨ ਤੋਂ ਇਹ ਮਿਸ ਲਿਆ ਜੀ। ਮੈਂ ਤੇ ਮੇਰੇ ਨਾਲ ਮੇਰੇ ਸਾਡੇ ਪਿੰਡੋਂ ਦੋਸਤਾਂ ਮੁੰਡਾ ਸਣੀ ਦਿਓਲ ਜੀ, ਅਸੀਂ ਦੋਨਾਂ ਨੇ ਜੀ ਕਿਲੋ ਸਵਾ ਕਿਲੋ ਧਨੀਆ ਚੱਕਿਆ ਤੇ ਉਹਨੂੰ ਬਰਨਾਲੇ ਮੰਡੀ ਦੇ ਵਿੱਚ ਰੇਹੜੀਆਂ ਵਾਲਿਆਂ ਵਾਂਗੂ ਖੜ ਕੇ ਵੇਚ ਕੇ ਆਏ ਜੀ। ਤੁਸੀਂ ਐ ਲਾ ਲਓ ਜੀ ਪਹਿਲੇ ਦਿਨ ਸਾਨੂੰ ਕੋਈ ਪਤਾ ਨਹੀਂ ਸੀ ਵੀ ਗੁੱਟੀ ਕਿਵੇਂ ਵੇਚਣੀ ਜਾਂ ਕੀ ਹੋਇਆ ਜੀ। ਵਿੱਚ ਅਸੀਂ ਗੁੱਟੀ ਕੋਈ 30 ਦੀ, ਕੋਈ 20 ਦੀ, ਕੋਈ 15 ਦੀ ਵੇਚੀ ਗਈ, ਜਿਵੇਂ ਲੋਟ ਲੱਗਦਾ ਰਿਹਾ ਅਸੀਂ ਵੇਚੀ ਗਏ, ਕਿਉਂ ਕੋਈ ਐਕਸਪੀਰੀਅੰਸ ਨਹੀਂ ਸੀ ਹੈਗਾ ਜੀ, ਪਹਿਲਾ ਦਿਨ ਸੀਗਾ ਉਹ ਸਾਡਾ। ਤੁਸੀਂ ਐਂ ਮੰਨ ਲਓ ਜੀ ਵੀ ਸਵਾ ਕਿਲੋ ਧਨੀਆ 650 ਰੁਪਏ 700 ਰੁਪਏ ਦਾ ਵਿਕ ਗਿਆ ਜੀ। ਤੇ ਉਸ ਤੋਂ ਬਾਅਦ ਅਸੀਂ ਇਹੀ ਗੱਲ ਸੋਚੀ ਜੀ ਵੀ ਹੁਣ ਕੁਝ ਵੀ ਹੋ ਜੇ ਆਪਦਾ ਇੱਥੇ ਸਿੱਧਾ ਮੰਡੀ ਦੇ ਆਪਦਾ ਪ੍ਰੋਡਕਟ ਸਿੱਟਦੇ ਨਹੀਂ ਹੈਗੇ, ਵੀ ਆਪਦਾ ਵੇਚਾਂਗੇ ਜੀ, ਟੌਰ ਨਾਲ ਵੇਚਾਂਗੇ, ਆਪਣਾ ਆਪਦਾ ਪ੍ਰੋਡਕਟ ਹੈ। ਜੋ ਮੈਂ ਅਮਰੀਕਾ ਦੇ ਵਿੱਚ ਵੀ ਦੇਖਿਆ ਜੀ, ਲੋਕ ਉੱਥੇ ਦੇਖੋ ਆਪਣੇ ਮੁੰਡੇ ਸਟੋਰਾਂ 'ਤੇ 18 ਘੰਟੇ ਕੰਮ ਕਰਦੇ ਹੈਗੇ। ਇਹ ਤਾਂ ਫਿਰ ਵੀ ਆਪਣਾ ਆਪਦਾ ਕੰਮ ਹੈ ਜੀ, ਆਪਣੀ ਆਪਦੀ ਫਸਲ ਆਪਾਂ ਨੂੰ ਵੇਚਣ ਦੇ ਵਿੱਚ ਇਹਦੀ ਕਾਹਦੀ ਸ਼ਰਮ ਹੈ ਜੀ। ਤੇ ਫੈਮਿਲੀ ਬੈਕਗਰਾਊਂਡ ਦੀ ਗੱਲ ਕਰਦੇ ਹਾਂ ਜੀ, ਮੇਰਾ ਭਰਾ ਭਰਜਾਈ ਅਮਰੀਕਾ ਦੇ ਵਿੱਚ ਨੇ ਜੀ, ਉੱਧਰੋਂ ਦੀ ਆਪਦੀ ਟਰੱਕਾਂ ਦੀ ਟਰਾਂਸਪੋਰਟ ਆ ਗਈ। ਸੋ ਮੇਰੇ ਡੈਡੀ ਜੀ ਨੇ ਜੀ ਇੱਥੇ, ਮੰਮੀ ਹੈ ਤੇ ਮੇਰੀ ਘਰ ਵਾਲੀ ਹੈ। ਮੇਰੇ ਹੁਣ ਖੇਤੀਬਾੜੀ ਦੇ ਨਾਲ ਜੋ ਧਨੀਆ ਮੰਡੀ ਦੇ ਵਿੱਚ ਲਿਜਾਣ ਲਈ ਇਹਦੀ ਪੈਕਿੰਗ ਵਗੈਰਾ ਕਰਨੀ ਪੈਂਦੀ ਹੈ ਜੀ, ਗੁੱਟੀਆਂ ਬਣਾਉਣੀਆਂ ਪੈਂਦੀਆਂ ਨੇ, ਉਹ ਮੇਰੀ ਮਾਤਾ ਮੇਰੇ ਘਰ ਵਾਲੀ ਮੇਰੇ ਨਾਲ ਸਹਿਯੋਗ ਕਰਦੀਆਂ ਨੇ ਜੀ। ਤੇ ਮੇਰਾ ਇੱਕ ਛੋਟਾ ਜਿਹਾ ਬੇਟਾ ਹੈਗਾ ਜੀ 8 ਸਾਲ ਦਾ, ਉਹ ਵੀ ਸਹਿਯੋਗ ਕਰਦਾ, ਕਹਿੰਦਾ ਡੈਡੀ ਵੀ ਤੁਸੀਂ ਤੇ ਮੰਮੀ ਇਹਦੀਆਂ ਗੁੱਟੀਆਂ ਬਣਾਉਣੇ ਹੋ, ਵੀ ਮੈਂ ਇਹਨਾਂ ਦੀ ਕਾਊਂਟਿੰਗ ਕਰੂੰਗਾ, ਵੀ ਇਹਨਾਂ ਦੀ ਗਿਣਤੀ ਕਰਕੇ ਅਲੱਗ ਰੱਖੂੰਗਾ ਜੀ। ਸੋ ਫੈਮਿਲੀ ਦੀ ਬਹੁਤ ਵੱਡੀ ਸਪੋਰਟ ਹੈ ਜੀ। ਸੋ
ਪਹਿਲਾਂ ਕਈ ਵਾਰ ਜੀ ਜਦੋਂ ਗਏ ਸੀਗੇ ਉਦੋਂ ਇਹ ਹਾਂ ਮੋਚੀ ਕੋਲੇ ਬੈਠਦਾ ਜੀ ਮੈਂ ਤੁਹਾਨੂੰ ਪਤਾ, ਤੇ ਪਹਿਲਾਂ ਕਈ ਵਾਰ ਇਹ ਗੱਲ ਖਿਆਲ 'ਚ ਵੀ ਆਈ ਜੀ, ਪਰ ਫਿਰ ਗੱਲ ਦੇਖਿਆ ਜੀ, ਦੇਖੋ ਜੀ ਆਪਾਂ ਆਪਣੇ ਗੁਰੂਆਂ ਪੀਰਾਂ ਦੀ ਸਿਧਾਂਤ ਨੂੰ ਦੇਖੀਏ ਨਾ, ਉਹਨਾਂ ਨੇ ਕਿਰਤ ਨੂੰ ਸਭ ਤੋਂ ਉੱਤੇ ਕਿਹਾ ਜੀ, ਇਹ ਆਪਣਾ ਆਪਦਾ ਪ੍ਰੋਡਕਟ ਹੈਗਾ। ਬਾਕੀ ਤੁਸੀਂ ਕਿਸਾਨੀ ਦੀ ਹਾਲਤ ਦੇਖ ਲਓ, ਮੈਂ ਸਮਝਦਾ ਵੀ ਕਿਸਾਨੀ ਦੀ ਹਾਲਤ ਦੇ ਲਈ ਸਰਕਾਰਾਂ ਜ਼ਿੰਮੇਵਾਰ ਨਹੀਂ ਹੈਗੀਆਂ, ਅਸੀਂ ਆਪ ਜ਼ਿੰਮੇਵਾਰ ਹਾਂ। ਅਸੀਂ ਆਪਦੇ ਪ੍ਰੋਡਕਟ ਲਾਉਣੇ ਆਂਗੇ, ਉਹਨਾਂ ਨੂੰ ਆਏ ਉਹਨਾਂ ਕੋਲੇ ਡੇਗ ਕੇ ਮੰਡੀ 'ਚ ਡੇਗੇ ਆਉਣੇ ਆ। ਵਿਚੋਲੇ ਬੈਠੇ ਮੰਡੀ ਵਾਲੇ ਆੜ੍ਹਤੀਏ, ਸਬਜ਼ੀ ਮੰਡੀ ਦੇ ਆੜ੍ਹਤੀਏ ਕਰੋੜਾਂਪਤੀ ਬਣ ਗਏ, ਅਸੀਂ ਜ਼ਿਮੀਦਾਰ ਮਲੰਗ ਦੇ ਮਲੰਗੀ ਆ। ਉਹ ਕਿਉਂ ਮਲੰਗਾ? ਉਹ ਅਸੀਂ ਆਪਦੀ ਵਜ੍ਹਾ ਕਰਕੇ ਆਂਗੇ। ਹੁਣ ਤੁਹਾਡੇ ਸਾਹਮਣੇ ਦੇਖੋ ਜੀ, ਪਹਿਲਾਂ ਮੈਨੂੰ 2 ਮਹੀਨਿਆਂ ਵਾਂਗੂ ਹੋ ਗਏ, 1.5-2 ਮਹੀਨਿਆਂ ਵਾਂਗੂ ਹੋ ਗਏ ਡੇਲੀ ਧਨੀਆ ਲੈ ਕੇ ਜਾਂਦਾ ਸੀ ਮੈਂ। 1000 1200 1500 ਰੁਪਏ ਤੱਕ ਵੀ ਡੇਲੀ ਧਨੀਆ ਵੇਚਿਆ ਜੀ। ਹੁਣ ਦੇਖੋ ਮੇਰਾ ਧਨੀਆ ਖਤਮ ਹੋਣ ਲੱਗ ਗਿਆ, ਪੱਕਣ ਲੱਗ ਗਿਆ ਜੀ, ਉਹ ਟੈਂਪਰੇਚਰ ਬੜਾ ਜ਼ਿਆਦਾ ਹਾਈ ਹੋਣ ਲੱਗ ਗਿਆ। ਹੁਣ ਮੇਰੇ ਕੋਲੇ ਮੱਕੀ ਆ ਜੀ, ਮੈਂ ਮੱਕੀ ਦੀਆਂ ਛੱਲੀਆਂ ਆਪ ਲੈ ਕੇ ਜਾਂਦਾ ਡੇਲੀ 20-50 ਕਿਲੋ 40 ਕਿਲੋ ਜਿੰਨੀਆਂ ਵੀ ਹੁੰਦੀਆਂ ਨੇ ਜੀ। ਮੈਂ ਮੋਟਰਸਾਈਕਲ ਤੇ ਮੇਰੇ ਉਹ ਆਲੇ ਦੁਆਲੇ ਖੁਰਜੀਆਂ ਬੋਰੀਆਂ ਦੇ ਝੋਲੇ ਬਣਾਏ ਹੋਏ ਨੇ, ਉਹ ਭਰ ਕੇ ਲੈ ਕੇ ਜਾਂਦਾ ਜੀ। ਹੁਣ ਉਹ ਵੀ ਨਾਲ ਵੇਚ ਕੇ ਆਉਣਾ ਜੀ ਆਪ। ਡੇਲੀ ਦਾ ਮੰਨ ਕੇ ਚਲੋ ਜੀ, ਮੇਰੀ 1000 1200 1300 ਕਿਤੇ 1500 ਰੁਪਏ ਤੱਕ ਵੀ ਕਹਾਣੀ ਵਗ ਜਾਂਦੀ ਵੀ 1000 ਤੋਂ ਡੇਗਾ ਨਹੀਂ ਹੈਗਾ ਕੰਮ ਜੀ। ਧਨੀਆ ਇਦੋਂ ਪਹਿਲਾਂ ਮੈਂ ਇੱਕ ਦਿਨ ਹਿਸਾਬ ਲਾਇਆ ਸੀਗਾ ਜੀ, ਆਪਾਂ 85000 ਰੁਪਏ ਦਾ ਧਨੀਆ ਵੇਚਤਾ ਜੀ 4 ਵਿਗੇ ਥਾਂ ਦੇ ਵਿੱਚੋਂ, ਉਹ ਵੀ ਮੈਂ ਆਪ ਰਿਟੇਲ ਕਰਕੇ ਜੀ। ਦੇਖੋ ਜੀ ਉਧਰ ਹੋਰ ਹਿਸਾਬ ਤੇ ਮਾਹੌਲ ਹੁੰਦਾ ਨਾ, ਜੇ ਆਪਾਂ ਦੇਖੀਏ ਉਧਰ ਆਪਾਂ ਨੂੰ ਕਿਸੇ ਦੀ ਗੁਲਾਮੀ ਕਰਨੀ ਪੈਣੀ ਹੈਗੀ, ਆਪਾਂ ਕੰਮ ਤੇ ਜਾਣਾ ਹੀ ਜਾਣਾ ਹੈਗਾ। ਉਦੋਂ ਤਾਂ ਮੇਰਾ ਜੀ ਕਰਿਆ ਮੈਂ ਸਵੇਰੇ ਉੱਠ ਕੇ ਖੇਤ ਆ ਜਾ, ਜਾਂ ਉਦੋਂ ਬਾਅਦ ਜੇ ਸ਼ਾਮ ਨੂੰ ਮੇਰਾ ਜੀ ਕਰਿਆ ਮੈਂ ਧਨੀਆ ਲੈ ਜਾਂ ਨਾਲ ਲੈ ਕੇ ਜਾਵਾਂ। ਹੁਣ ਵੀ ਦੇਖੋ ਜੀ ਤੁਸੀਂ, ਮੈਂ ਹਫਤੇ ਦੇ ਵਿੱਚ 5 ਦਿਨ ਮਾਰਕੀਟ ਦੇ ਵਿੱਚ ਧਨੀਆ ਲੈ ਕੇ ਜਾਂਦਾ, 2 ਦਿਨ ਮੈਂ ਆਪਦੇ ਘਰੇ ਰਹਿਣਾ, ਆਪਦੀ ਫੈਮਿਲੀ ਨੂੰ ਟਾਈਮ ਦਿੰਦਾ, ਕਿਤੇ ਅਸੀਂ ਜਾ ਕੇ ਆਉਣਾ ਰਿਸ਼ਤੇਦਾਰੀ ਵਿੱਚ ਜਾਂ ਹੋਰ ਆਉਣਾ। ਪਰ ਬਾਹਰ ਠੀਕ ਹੈ ਜੀ, ਆਪਾਂ ਦੇਖ ਸਕਦੇ ਹਾਂ ਪੈਸਾ ਤਾਂ ਹੈਗਾ, ਪਰ ਉੱਥੇ ਜੋ ਮਾਨਸਿਕ ਸੰਤੁਸ਼ਟੀ ਹੈ ਉਰੇ ਵਾਲੇ ਆਪਣੇ, ਮੈਂ ਸਮਝਦਾ ਵੀ ਉਧਰ ਇਹ ਨਜ਼ਾਰੇ ਨਹੀਂ ਹੈਗੇ। ਠੀਕ ਹੈ ਵੀ ਉਧਰੋਂ ਬੰਦਾ ਕਮਾਈ ਜਾਂਦਾ, ਇੱਧਰ ਰੁਪਈਏ ਭੇਜੀ ਜਾਂਦਾ, ਪੈਸਾ ਹੈਗਾ, ਪਰ ਜਿਹੜੀ ਖੁਸ਼ੀ ਹੁੰਦੀ ਹੈ ਜੀ ਆਪਦੇ ਖੇਤਾਂ ਦੇ ਵਿੱਚ ਕੰਮ ਕਰਕੇ ਖੁਸ਼ੀ ਮਿਲਦੀ ਆ, ਉਹ ਖੁਸ਼ੀਆਂ ਨਹੀਂ ਉਧਰ ਹੈਗੀਆਂ ਜੀ, ਜਿਹੜੀਆਂ ਉਹਦੇ ਆਪਦੀ ਫੈਮਿਲੀ 'ਚ ਮੈਨੂੰ ਮੇਰੇ ਆਪਦੇ ਮਾਂ-ਬਾਪ ਕੋਲੇ ਰਹਿ ਕੇ, ਮੇਰੇ ਘਰ ਵਾਲੀ ਕੋਲੇ, ਮੇਰੇ ਬੱਚੇ ਕੋਲੇ ਰਹਿ ਕੇ ਜੀ, ਆਪਦੇ ਭੈਣ ਭਾਈਆਂ ਦੇ ਵਿੱਚ ਕੰਮ ਕਰਕੇ ਸ਼ਾਂਤੀ ਮਿਲਦੀ ਹੈ ਜੀ। ਇਹ ਉਧਰ ਆਤਮਿਕ ਸ਼ਾਂਤੀ ਨਹੀਂ ਹੈਗੀ ਜੀ। ਹਾਂ ਮੈਂ ਘੁੰਮਣ ਗਿਆ ਸੀਗਾ ਜੀ, ਤੇ 6 ਮਹੀਨੇ ਲਾ ਕੇ ਆਇਆ ਜੀ ਉਧਰ। ਹਾਂ ਬਹੁਤ ਕਹਿ ਵੀ ਦਿੰਦੇ ਜੀ, ਤੁਹਾਨੂੰ ਪਤਾ ਹੀ ਹੁੰਦੇ ਆਗੇ ਵਿੱਚ ਉਹ ਕਰਨ ਵਾਲੇ, ਪਰ ਮੈਂ ਸੋਚਦਾ ਵੀ ਉਹ ਫਿਰ ਮੇਰੇ ਅਸਲੀ ਦੋਸਤ ਨਹੀਂ ਹੈਗੇ, ਵੀ ਜਿਹੜੇ ਮੇਰੇ ਕੰਮ ਨੂੰ ਪਸੰਦ ਨਹੀਂ ਕਰਦੇ, ਵੀ ਉਹ ਦੋਸਤ ਮੇਰੇ ਉਹ ਨਕਲੀ ਦੋਸਤ ਨੇਗੇ, ਜਿਹੜੇ ਕਹਿ ਜਾਂਦੇ ਵੀ ਜਿਵੇਂ ਅਸੀਂ ਪਹਿਲਾਂ ਡੇਲੀ ਸ਼ਾਮ ਨੂੰ ਗੱਡੀ ਚੱਕਦੇ ਜਾਂ ਵੋਲਟ ਚੱਕਦੇ ਵੀ ਕਿਤੇ ਜਾਂਦੇ ਆ ਗੇੜੇ ਦੇਣ। ਤੁਹਾਨੂੰ ਪਤਾ ਜਿਵੇਂ ਕਹਿੰਦੇ ਹੁੰਦੇ ਨੇ ਡੀਜੇ ਲਾ ਕੇ ਨੱਚਣ ਵਾਸਤੇ ਤਾਂ ਬਥੇਰੇ ਯਾਰ ਦੋਸਤ ਆ ਜਾਂਦੇ ਨੇ, ਪਰ ਜਦੋਂ ਕਿਤੇ ਕੋਈ ਲੋੜ ਪੈਂਦੀ ਆ ਔਖੇ ਵੇਲੇ ਤਾਂ ਕੋਈ ਖੜਦਾ। ਸੋ ਮੈਂ ਇਹੀ ਸਮਝਦਾ ਵੀ ਹਾਂ ਵੀ ਉਹ ਫੇਕ ਦੋਸਤ ਦੀਗੇ, ਵੀ ਜਿਹੜੇ ਆਪਣੇ ਜਿਨ੍ਹਾਂ ਨੂੰ ਮੇਰਾ ਕੰਮ ਨਹੀਂ ਪਸੰਦ, ਜਿਹੜੇ ਮੈਨੂੰ ਇਹ ਗੱਲਾਂ ਕਰਦੇ ਨੇ ਵੀ ਹਾਂ ਯਾਰ ਤੂੰ ਉੱਥੇ ਮੋਚੀ ਦੇ ਬਰੋਬਰ ਖੜਾ, ਕਿਉਂ ਮੇਰੀ ਤਾਂ ਸੋਚ ਹੀ ਇਹੀ ਹੈ ਜੀ ਵੀ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਵੋ, ਵੀ ਮੈਨੂੰ ਕਿਸੇ ਦੇ ਵਿੱਚ ਫਰਕ ਨਹੀਂ ਹੈਗਾ। ਉਹ ਵੀ ਵਿਚਾਰਾ ਆਪਦੀ ਕਿਰਤ ਕਰ ਰਿਹਾ, ਵੀ ਮੈਂ ਵੀ ਆਪਦੀ ਕਿਰਤ ਕਰ ਰਿਹਾ ਜੀ। ਇਹ ਮੇਰੀ ਫਸਲ ਆ, ਮੈਂ ਆਪ ਇਹ 'ਤੇ ਮਿਹਨਤ ਕਰੀ ਹੈ ਜੀ, ਆਪ ਵੇਚ ਕੇ ਆਉਣਾ, ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ। ਹਾਂ ਪਹਿਲਾਂ ਇਹ ਹੋਇਆ ਸੀਗਾ ਜੀ, ਕਈ ਵਾਰ ਆਈਆਂ ਸੀਗੀਆਂ ਸਾਡੇ ਵੀ, ਮੈਨੂੰ ਦਿੱਕਤ ਆਈ ਸੀਗੀ ਮਹਿਸੂਸ ਵੀ ਯਾਰ ਤੂੰ ਆਹ ਕੀ ਕੰਮ ਕਰਨ ਲੱਗ ਗਿਆ, ਵੀ ਕੀ ਉਹ ਆ। ਪਰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਜਦੋਂ ਲੋਕਾਂ ਦੇ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਫੋਨ ਆਉਂਦੇ ਆ, ਜਾਂ ਸਾਡੇ ਰਿਸ਼ਤੇਦਾਰਾਂ ਨੂੰ ਵੀ, ਉਹਨਾਂ ਦੇ ਰਿਸ਼ਤੇਦਾਰ ਬਾਹਰ ਬੈਠੇ ਕਹਿੰਦੇ ਨੇ ਵੀ ਯਾਰ ਤੁਹਾਡੇ ਰਿਸ਼ਤੇਦਾਰ ਆ ਹਰੀਗੜ੍ਹ ਤੋਂ ਮੁੰਡਾ ਗਾ, ਵੀ ਉਹ ਐਂ ਕਰਕੇ ਬਹੁਤ ਕੰਮ ਕਰ ਰਿਹਾ ਗਾਹਾਂ, ਜਦੋਂ ਉਹ ਦੱਸਦੇ ਨੇ ਵੀ ਹਾਂ ਵੀ ਉਹ ਤਾਂ ਸਾਡਾ ਹੀ ਹੈ, ਵੀ ਉਹ ਸਾਡਾ ਜਮਾਈ ਆ ਜਾਂ ਸਾਡਾ ਭੈਣ ਭਾਈ ਜੋ ਵੀ ਸਾਡਾ ਰਿਲੇਸ਼ਨ ਹੈਗਾ, ਤਾਂ ਉਹ ਵੀ ਫਖਰ ਮਹਿਸੂਸ ਕਰਨ ਲੱਗ ਗਏ ਜੀ। ਹਾਂ ਵੀ ਠੀਕ ਹੈ ਵੀ ਆਪਦੀ ਫਸਲ ਬੰਦਾ ਆਪ ਵੇਚ ਰਹੇ ਹੈਗੇ, ਵੀ ਆਪਾਂ ਕਿਹੜਾ ਕੋਈ ਜੀ ਚੋਰੀ ਠੱਗੀ ਆਪਾਂ ਨਹੀਂ ਕਰ ਰਹੇ, ਕੋਈ ਬਲੈਕ ਆਪਾਂ ਨਹੀਂ ਕਰ ਰਹੇ, ਆਪਾਂ ਆਪਦੀ ਹੱਥੀਂ ਕਿਰਤ ਕੀਤੀ ਹੋਈ ਫਸਲ ਆਪਦੇ ਆਪ ਵੇਚ ਰਹੇ ਹਾਂ ਜੀ। ਹਾਂਜੀ ਵੀਰ ਜੀ, ਇਹ ਆਪਣੀ ਬਿਨਾਂ ਰੇ ਸਪਰੇਅ ਤੋਂ ਆ ਜੀ, ਤੇ ਮੇਰਾ ਇਹ ਤੋਂ ਬਾਅਦ ਜਿਹੜਾ ਉਰੇ ਵਾਲਾ ਵਾਹਣ ਆ ਜੀ, ਇਹ 2 ਕਿੱਲੇ ਸਾਰਾ ਆਰਗੈਨਿਕ ਨੂੰ ਸਮਰਪਿਤ ਹੈ, ਤੇ ਮੈਂ ਆਰਗੈਨਿਕ ਦੇ ਵੱਲ ਆਪਦੇ ਕਦਮ ਵਧਾ ਰਿਹਾ ਜੀ। ਆਪਣੇ ਕੋਲੇ 8 ਕਿੱਲਿਆਂ ਤੋਂ ਉੱਪਰ ਜ਼ਮੀਨ ਆ ਜੀ, 9.9 ਦੇ ਕਰੀਬ, ਤੇ ਮੈਂ +2 ਕਰੀ ਵੀ ਆ, ਤੇ ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਡਿਪਲੋਮਾ ਇਨ ਐਗਰੋ ਕੈਮੀਕਲਸ ਦਾ ਕੋਰਸ ਕਰਿਆ ਵੀ ਜੀ। ਸਰ ਇਹ ਤਾਂ ਪ੍ਰਾਊਡ ਵਾਲੀ ਗੱਲ ਹੈ ਜੀ, ਇੱਕ ਲੋਕਾਂ ਨੂੰ ਨਵੀਂ ਸੋਚ ਤੋਂ ਗਾਹਾਂ ਵਧੂ, ਇਹ ਇੱਕ ਤਕਨੀਕ ਹੈ ਜੇ ਲੋਕ ਅਪਣਾਉਣਗੇ। ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਬੰਦੇ ਨੇ ਖੁਦ ਐਗਰੀਕਲਚਰ ਦੇ ਵਿੱਚ ਪੜ੍ਹਾਈ ਲਿਖਾਈ ਕਰਕੇ, ਤੇ ਬੰਦਾ ਚੰਡੀਗੜ੍ਹ ਵੀ ਰਿਹਾ, ਉਸ ਤੋਂ ਬਾਵਜੂਦ ਫਿਰ ਵੀ ਮਿਹਨਤ ਕਰਕੇ ਖੁਦ ਆਪਣੀ ਫਸਲ ਨੂੰ ਆਪਣੇ ਹੱਥੀਂ ਵੇਚ ਰਿਹਾ ਹੈ, ਚੰਗਾ ਮੁਨਾਫਾ ਕਮਾ ਰਿਹਾ ਜੀ। ਇਹਦਾ ਇੱਕ ਪ੍ਰਾਊਡ ਵਾਲੀ ਗੱਲ ਹੈ ਜੀ। ਜਿਹੜੇ ਹੋਰ ਬੇਰੁਜ਼ਗਾਰ ਲੋਕ ਆ ਵੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਜ਼ਮੀਨਾਂ ਦਾ ਤਕਰੀਬਨ ਜੱਟਾਂ ਦੇ ਮੁੰਡਿਆਂ ਕੋਲ ਸਾਰਿਆਂ ਕੋਲ ਹੀ ਹੈ, ਕੋਈ ਚੰਡੀਗੜ੍ਹ ਘੁੰਮਦਾ ਫਿਰਦਾ, ਕੋਈ ਕਿਤੇ ਫਿਰਦਾ। ਤਕਰੀਬਨ ਹੁਣ ਸਰਕਾਰਾਂ ਕਿੰਨੇ ਕੁ ਬੰਦਿਆਂ ਨੂੰ ਨੌਕਰੀਆਂ ਦੇ ਦੇਣੀਆਂ, ਇਹ ਵੀ ਗੱਲ ਆ ਨਾ। ਜੇ ਹਰ ਇੱਕ ਬੰਦਾ ਆਪਣੀ ਇਹ ਸੋਚ ਕਾਇਮ ਰੱਖੂਗਾ, ਇੱਕ ਨਵੀਂ ਦਿੱਖ ਹੈ ਇਹ ਸੋਚ ਤੇ ਕਾਮਯਾਬ ਬੰਦਾ ਹੋ ਸਕਦਾ ਜੀ, ਸਕਸੈਸ ਹੋ ਸਕਦਾ ਹਰ ਜ਼ਿਮੀਂਦਾਰ। ਆਪਣੀ ਖੁਦ ਦੀ ਫਸਲ ਆਪਾਂ ਕਿਹੜਾ ਕਿਸੇ ਤੋਂ ਚੋਰੀ ਚਾਫਟਾ ਕਰਕੇ ਜਾਂ ਵੇਚ ਰਹੇ ਹਾਂ, ਆਪਣੇ ਰੇਟ 'ਚ ਵੇਚ ਰਹੇ ਹਾਂ, ਤੇ ਲੈਣ ਵਾਲੇ ਵੀ ਖੁਸ਼ ਆ। ਤੇ ਸਭ ਤੋਂ ਵਧੀਆ ਗੱਲ ਇਹ ਹੈ ਜੀ ਵੀ ਇੱਕ ਲੋਕਾਂ ਨੂੰ ਆਪਾਂ, ਇੱਕ ਸੇਵਾ ਵਾਲੀ ਗੱਲ ਆ, ਇੱਕ ਲੋਕਾਂ ਨੂੰ ਵਧੀਆ ਸਿਹਤ ਦੀ ਕਾਮਯਾਬੀ ਵਾਲੀ ਚੀਜ਼ ਦੇ ਰਹੇ ਹਾਂ, ਜਿਹਦੇ ਵਿੱਚ ਕਿ ਕੋਈ ਫਰਜ਼ ਕਰ ਲਓ ਰਸਾਇਣਕ ਤੱਤ ਨਹੀਂ ਵਰਤਿਆ ਜਾਂਦਾ, ਜਿਹੜੀ ਫਸਲ ਆ ਸਾਰੀ ਆਰਗੈਨਿਕ ਕੀਤੀ ਜਾਂਦੀ ਆ। ਸੱਲੀਆਂ ਲਾ ਲਓ ਤੁਸੀਂ, ਬਕਾਇਦਾ ਤੁਹਾਡੇ ਸਾਹਮਣੇ ਤੁਸੀਂ ਟਰਾਇਲ ਲਿੱਤਾ ਜੀ, ਤੇ ਧਨੀਏ ਦਾ ਤੁਸੀਂ ਟਰਾਇਲ ਲਿੱਤਾ, ਇੱਕ ਨਵੀਂ ਚੀਜ਼ ਆ ਲੋਕਾਂ ਨੂੰ ਦੇਣ ਲਈ।
ਇਹ ਇੱਕ ਉਹ ਵੀ ਮਿਸਾਲ ਆ ਵੀ ਜਿਹੜੇ ਲੋਕ ਕਹਿੰਦੇ ਆ ਵੀ ਕੰਮ ਨਹੀਂ ਜੀ ਹੈਗਾ ਜੀ, ਹਰ ਕੋਈ ਬੰਦਾ ਇਹੀ ਗੱਲ ਬੋਲਦਾ, ਕਰੀਏ ਕੀ ਤਾਂ ਕੰਮ ਨਹੀਂ ਹੈਗਾ ਜੀ। ਹੁਣ ਲੋਕਡਾਊਨ ਦੇ ਵਿੱਚ ਇਹ ਬੰਦੇ ਨੇ ਇੱਕ ਨਵੀਂ ਤਕਨੀਕ ਦਿੱਤੀ ਆ। ਮੈਂ ਤਾਂ ਨੌਜਵਾਨ ਵੀਰਾਂ ਨੂੰ ਇਹੀ ਗੱਲ ਕਹਿਣੀ ਚਾਹਣਾ ਵੀ ਅੱਜ ਕੱਲ੍ਹ ਨੌਜਵਾਨ ਵੀਰ ਨੇ ਜਿਹੜੇ ਕਾਫੀ ਪੜ੍ਹੇ ਲਿਖੇ, ਅੱਜ ਕੱਲ੍ਹ ਜ਼ਮਾਨਾ ਗਾ ਵੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਬੇਰੁਜ਼ਗਾਰ ਨੇ। ਪਰ ਸੁਖੀ ਨੇ ਪੜ੍ਹਾਈ ਕੀਤੀ, ਪੜ੍ਹਾਈ ਤੋਂ ਬਾਅਦ ਚੰਡੀਗੜ੍ਹ ਵੀ ਰਹਿ ਕੇ ਆਇਆ। ਉਸ ਤੋਂ ਬਾਅਦ ਲੋਕਡਾਊਨ ਹੋਇਆ। ਲੋਕਡਾਊਨ ਦੇ ਵਿੱਚ ਸੁਖੀ ਦੇ ਕੁਝ ਫਰੈਂਡ ਸੀਗੇ ਬਾਹਰੋਂ ਅਤੇ ਉਹਨਾਂ ਨਾਲ ਇਹਦਾ ਬਾਈ ਦਾ ਰਾਬਤਾ ਕਾਇਮ ਸੀਗਾ। ਉਹਨਾਂ ਨਾਲ ਲੋਕਡਾਊਨ ਦੇ ਵਿੱਚ ਗੱਲ ਸੁੱਝੀ ਵੀ ਆਪਾਂ ਕੀ ਕਰੀਏ ਵੱਖਰਾ ਲੋਕਾਂ ਨਾਲੋਂ। ਬਾਈ ਨੇ ਮੱਕੀ ਬੀਜੀ, ਮੱਕੀ ਦੇ ਵਿੱਚ ਬੀਜਿਆ ਧਨੀਆ। ਅਤੇ ਇੱਥੇ ਮੈਂ ਨੌਜਵਾਨ ਵੀਰਾਂ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਵੀ ਆਪਾਂ ਪੜ੍ਹੇ ਲਿਖੇ ਹੋ ਕੇ ਵੀ ਖੇਤੀ ਵੱਲ ਆਈਏ ਥੋੜ੍ਹਾ ਜਿਹਾ। ਜ਼ਰੂਰੀ ਨਹੀਂ ਵੀ ਆਪਾਂ ਨੌਕਰੀਆਂ ਕਰਨੀਆਂ ਨੇ, ਕਿਸੇ ਦੀ ਗੁਲਾਮੀ ਕਰਨੀ ਹੈਗੀ। ਵੀ ਜਿੱਦਾਂ ਸੁਖੀ ਅੱਜ ਧਨੀਆ ਵੇਚ ਕੇ ਖੁਦ ਆਪ ਵਧੀਆ ਪੈਸੇ ਕਮਾ ਰਿਹਾ ਹੈਗਾ, ਅੱਜ ਸੱਲੀਆਂ ਵੀ ਵੇਚ ਰਿਹਾ ਹੈਗਾ, ਪਰ ਆਪਾਂ ਸੰਗ ਜਾਂਦੇ ਹੈਗੇ ਵੀ ਜੱਟਾਂ ਦੇ ਮੁੰਡੇ ਹੋ ਕੇ ਵੀ ਆਪਾਂ ਕਿਉਂ ਵੇਚੀਏ। ਬਿਲਕੁਲ ਸਰਦਾਰ ਸੁਖਵਿੰਦਰ ਸਿੰਘ ਪਿੰਡ ਹਰੀਗੜ੍ਹ, ਇਹ ਨੌਜਵਾਨ ਕੈਲੀਫੋਰਨੀਆ ਤੋਂ ਆਇਆ ਸੀ। ਸੋ ਮੇਰੇ ਕੋਲੇ ਦਫ਼ਤਰ ਆਇਆ ਵੀ ਡਾਕਟਰ ਸਾਹਿਬ ਮੈਂ ਖੇਤੀ ਕਰਨੀ ਚਾਹੁੰਦਾ, ਸੋ ਮੈਨੂੰ ਕੋਈ ਨਾ ਕੋਈ ਤਕਨੀਕ ਜਿਹੜੀ ਆ ਦੱਸੀ ਜਾਵੇ। ਸੋ ਇਸ ਨੂੰ ਫਿਰ ਇਹਨੇ ਮਈ ਦੇ ਪਹਿਲੇ ਹਫਤੇ ਜਿਹੜੀ ਮੱਕੀ ਵੱਟਾਂ ਦੇ ਉੱਪਰ ਬੀਜੀ ਸੀ, ਵੱਟਾਂ ਦੇ ਨਾਲ ਜਿਹੜਾ ਇਹਨੂੰ ਧਨੀਆ ਇਹਨੂੰ ਲਵਾਇਆ ਸੀਗਾ। ਉਹਦੇ ਨਾਲ ਤਕਰੀਬਨ ਜਦੋਂ 40 ਕੁ ਦਿਨਾਂ ਦਾ ਧਨੀਆ ਹੋ ਗਿਆ, ਸੋ ਬਹੁਤ ਵਧੀਆ ਇਹ ਆਪ ਮਾਰਕੀਟਿੰਗ ਖੁਦ ਕਰਨ ਲੱਗ ਗਿਆ। ਸੋ ਪਹਿਲਾਂ ਬਹੁਤ ਸਾਰੇ ਇਹਦੇ ਕੋਲ ਆਏ ਵੀ ਸੀ, ਕਿਉਂਕਿ ਇਸ ਸੀਜ਼ਨ ਦੇ ਵਿੱਚ ਧਨੀਏ ਦੀ ਬਹੁਤ ਵੈਲਿਊ ਹੁੰਦੀ ਆ, ਕਿਉਂਕਿ ਕਿਤੇ ਮਿਲਦਾ ਨਹੀਂ ਗਾ। ਸੋ ਆਫ ਸੀਜ਼ਨ ਦੇ ਵਿੱਚ ਜਿਹੜੀਆਂ ਅਸੀਂ ਸਬਜ਼ੀਆਂ ਪੈਦਾ ਕਰਦੇ ਆ ਉਹਨਾਂ ਦਾ ਮਾਰਕੀਟ ਦੇ ਵਿੱਚ ਮੁੱਲ ਬਹੁਤ ਮਿਲ ਜਾਂਦਾ, ਕਿਉਂਕਿ ਧਨੀਆ ਹਰੇਕ ਸਬਜ਼ੀ ਦੇ ਵਿੱਚ, ਦਾਲ ਦੇ ਵਿੱਚ ਪੈਂਦਾ। ਅਤੇ ਅਖੀਰ ਜਿਹੜੇ ਸਾਡੇ ਗਾਹਕ ਨੇਗੇ ਉਹ ਲੱਭਦੇ ਨੇ ਵੀ ਕਿਤੋਂ ਨਾ ਕਿਤੋਂ ਮਿਲ ਜੇ। ਸੋ ਇਹਨੇ ਬੜੀ ਮਿਹਨਤ ਦੇ ਨਾਲ ਸੁਖਵਿੰਦਰ ਨੇ ਆਪਦੇ ਖੇਤ ਦੇ ਵਿੱਚ ਦਿਨ ਪਰ ਰਾਤ ਕੰਮ ਕਰਕੇ ਇਹ ਮੱਕੀ ਦੇ ਨਾਲ ਜਿਹੜੀ ਆ ਡਬਲ ਜਿਹੜੀ ਫਸਲ ਲਈ ਆ। ਸੋ ਬਹੁਤ ਵਧੀਆ ਕਿ ਇਹਨੇ ਨੌਜਵਾਨਾਂ ਦੇ ਵਿੱਚ ਨਵੀਂ ਪਿਰਤ ਪਾਈ ਆ ਹੱਥੀਂ ਕੰਮ ਕਰਨ ਦੀ। ਸੋ ਸਭ ਤੋਂ ਵੱਡੀ ਗੱਲ ਇਹਨੇ ਇਹ ਕੀਤੀ ਆ ਕਿ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਆਪ ਖੁਦ ਮੰਡੀਕਰਨ ਜਿਹੜਾ ਉਹ ਆਪ ਕਰ ਰਿਹਾ। ਸੋ ਇਹਦੇ ਨਾਲ ਜੇ ਹੁਣ ਉਹੀ ਇਹਦੀਆਂ ਦੱਸ ਰਿਹਾ ਸੀ ਮੈਨੂੰ ਵੀ ਇੱਕ ਦਿਨ ਮੈਂ ਗਿਆ ਅਤੇ ਉਹ ਕਹਿੰਦੇ ਵੀ 150 ਰੁਪਏ ਕਿਲੋ ਸਾਨੂੰ ਤੁਸੀਂ ਧਨੀਆ ਦੇ ਜੋ। ਹੁਣ 150 ਰੁਪਏ ਕਿਉਂਕਿ ਇਸ ਸਮੇਂ ਸੀਜ਼ਨ ਦੇ ਧਨੀਏ ਦਾ ਜਿਹੜਾ ਭਾਰ ਆ ਜਿਹੜਾ ਬੜਾ ਘੱਟ ਹੁੰਦਾ। ਸੋ ਇਹਨੇ ਸੋਚਿਆ ਕਿਉਂ ਨਾ ਵੀ ਮੈਂ ਜਿਹੜੀਆਂ ਛੋਟੀਆਂ ਛੋਟੀਆਂ ਗੁੱਟੀਆਂ ਬਣਾ ਕੇ, ਗੁੱਛੀਆਂ ਬਣਾ ਕੇ 10-10 ਰੁਪਏ, ਸੋ ਉਹੀ ਕਿਲੋ ਧਨੀਏ ਦੀਆਂ ਇਹਦੀਆਂ ਤਕਰੀਬਨ 100 ਤੋਂ ਉੱਪਰ ਬਣ ਗਈ। ਅਤੇ 100 ਤੋਂ ਇਹ ਨਾਲ ਇਹਨੇ ਤਕਰੀਬਨ ਆਪਣਾ 1000 ਰੁਪਈਆ 700-800 ਰੁਪਈਆ ਜਿੱਥੇ ਵੀ ਇਹਨੂੰ ਮਾਰਕੀਟ ਦੇ ਹਿਸਾਬ ਦੇ ਨਾਲ ਇਹਨੇ ਕਮਾਇਆ। ਸੋ ਇੱਕ ਚੰਗੀ ਗੱਲ ਆ ਕਿ ਇਸ ਤਰ੍ਹਾਂ ਦੇ ਕਿਸਾਨ ਜਿਹੜੇ ਅੱਗੇ ਆਉਣ। ਸੋ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਬੱਚੇ ਨੇ ਵਿਦੇਸ਼ਾਂ ਨੂੰ ਭੱਜ ਰਹੇ ਨੇ। ਸੋ ਇਸ ਕਿਸਾਨ ਨੂੰ ਦੇਖ ਕੇ ਇਸ ਤਰ੍ਹਾਂ ਦਾ ਮਾਡਲ ਜਿਹੜਾ ਖੇਤੀ ਦੇ ਵਿੱਚ ਆਪਦੇ ਜਿਹੜੀਆਂ ਫੈਮਿਲੀ ਦੇ ਵਿੱਚ ਹੱਥ ਵਟਾਉਣਾ ਚਾਹੀਦਾ। ਫਿਰ ਹੌਲੀ ਹੌਲੀ ਜਿਹੜੀ ਆ ਸਾਨੂੰ ਇਹਨਾਂ ਤਕਨੀਕਾਂ 'ਤੇ ਜਿਹੜੀਆਂ ਹਾਈ ਵੈਲਿਊ ਕ੍ਰੌਪਸ ਨੇਗੀਆਂ ਉਹਨਾਂ ਦੀ ਮਾਰਕੀਟਿੰਗ ਖੁਦ ਕਰਕੇ ਜਿਹੜੇ 4 ਪੈਸੇ ਕਮਾਏ ਜਾ ਸਕਦੇ। ਤੇ ਉਰੇ ਮੈਨੂੰ ਧਨੀਆ ਵੇਚਣ ਆਉਂਦੇ ਨੂੰ ਹੋ ਗਿਆ ਜੀ ਤਕਰੀਬਨ 1.5 ਮਹੀਨਾ ਹੋ ਗਿਆ ਜੀ। ਜਿਹੜਾ ਉਰੇ ਅੱਡਾ ਲਾਇਆ ਜੀ, ਮੰਨ ਕੇ ਚੱਲੋ ਇਹ ਜਦੋਂ ਮੇਰਾ ਧਨੀਆ ਮੈਂ ਸਬਜ਼ੀ ਮੰਡੀ ਦੇ ਵਿੱਚ ਪਤਾ ਕਰਨ ਗਿਆ ਜੀ, ਮੇਰੇ ਕੋਲ ਧਨੀਆ ਲਾਇਆ ਹੋਇਆ ਹੈਗਾ। ਤੇ ਜਿਹੜਾ ਧਨੀਆ ਜੀ ਇਹ ਸਰਦੀ ਰੁੱਤ ਦੀ ਫਸਲ ਹੈ, ਜਾਂ ਪੌਲੀ ਹਾਊਸ ਦੇ ਵਿੱਚ ਹੁੰਦਾ ਧਨੀਆ ਗਰਮੀ ਰੁੱਤ ਦੀ ਫਸਲ ਨਹੀਂ ਹੈਗੀ ਜੀ। ਪਰ ਮੈਂ ਫਿਰ ਵੀ ਇਹਦੇ ਵਰਕ ਕਰਿਆ ਜੀ, ਮਤਲਬ ਮਿਹਨਤ ਕਰੀ ਇਹਨੂੰ ਕਾਮਯਾਬ ਕਰਨ ਦੇ ਲਈ। ਮੱਕੀ ਦੇ ਵਿੱਚ ਲਾਇਆ ਲੋਕਡਾਊਨ ਦੇ ਦੌਰਾਨ। ਸੋ ਮੈਂ ਜਦੋਂ ਉੱਥੇ ਦੇਖਿਆ ਜੀ ਉਹ ਮੈਨੂੰ ਕਹਿੰਦੇ 100 ਰੁਪਏ ਨੂੰ ਛੱਟ ਜਾ। ਸੋ ਮੈਨੂੰ ਇਹ ਗੱਲ ਨੇ ਕਿਤੇ ਨਾ ਕਿਤੇ ਮੈਨੂੰ ਹਾਰਡ ਕਰਤਾ ਜੀ। ਸੋ ਉਸ ਨੂੰ ਦੇਖਦੇ ਹੋਏ ਮੈਂ ਸੋਚਿਆ ਵੀ ਧਨੀਆ ਆਪਾਂ ਇਹ ਰੋਲਣਾ ਨਹੀਂ ਹੈਗਾ ਜੀ। ਜਦੋਂ ਆਪਾਂ ਆਪਦਾ ਪ੍ਰੋਡਕਟ ਤਿਆਰ ਕਰਿਆ ਜੀ, ਵੀ ਇਹਨੂੰ ਡਾਇਰੈਕਟ ਹੀ ਆ ਕੇ ਮਾਰਕੀਟ ਦੇ ਵਿੱਚ ਵੇਚ ਕੇ ਆਉਣਾ। ਮੈਂ ਰੇਹੜੀਆਂ 'ਤੇ ਆ ਕੇ ਪਤਾ ਕਰਿਆ ਜੀ ਵੀ ਧਨੀਏ ਦਾ ਕੀ ਰੇਟ ਹੈਗਾ। ਕਹਿੰਦੇ ਵੀ 150 ਦਾ 30 ਕਿਲੋ ਆ 300 ਰੁਪਏ ਕਿਲੋ। ਮੈਂ ਵੀ ਉਹ 1500 ਰੁਪਇਆ ਮੰਗਦੇ ਨੇ, ਉਹਦੇ 300 ਰੁਪਏ ਵਿਕੀ ਜਾਂਦਾ ਹੈ। ਮੈਂ ਜੀ ਆਪਾਂ ਵੇਚੀਏ। ਜਦੋਂ ਮੈਂ ਪਹਿਲੇ ਦਿਨ ਉਰੇ ਲੈ ਕੇ ਆਇਆ ਜੀ, ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ। ਮੇਰਾ ਕਿਲੋ ਸਵਾ ਕਿਲੋ ਧਨੀਆ 650-700 ਰੁਪਏ ਦਾ ਵਿਕ ਗਿਆ ਜੀ। ਮੈਂ ਉਹਦੀਆਂ 55 ਗੁੱਟੀਆਂ ਬਣਾਈਆਂ ਵੀਆਂ ਸੀਗੀਆਂ ਕਿਲੋ ਧਨੀਏ ਦੀਆਂ। ਕੋਈ 20 ਰੁਪਏ ਦੀ ਬਾਗੀ, ਕੋਈ 30 ਦੀ ਬਾਗੀ, ਵਿੱਚ 15 ਦੀ ਬਾਗੀ ਜੀ। ਸੋ ਉਸ ਤੋਂ ਬਾਅਦ ਅਸੀਂ ਇੱਥੇ ਰੈਗੂਲਰ ਆਉਣਾ ਸ਼ੁਰੂ ਕਰਤੇ। ਮੈਨੂੰ ਤਕਰੀਬਨ ਹੁਣ 1.5 ਮਹੀਨਾ ਹੋ ਗਿਆ ਜੀ ਇੱਥੇ ਆਉਂਦੇ। ਆਪਣੇ ਕੋਲੇ 8 ਤੋਂ 10 ਕਿੱਲੇ ਜ਼ਮੀਨ ਦੇ ਨੇ ਜੀ। ਸੋ ਜੋ ਗੱਲ ਕਰੀਏ ਪੜ੍ਹਾਈ ਦੀ, ਮੈਂ +2 ਕਰੀ ਵੀ ਹੈ ਜੀ। ਅਤੇ ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਡਿਪਲੋਮਾ ਇਨ ਐਗਰੋ ਕੈਮੀਕਲਸ ਦਾ ਕੋਰਸ ਕਰਿਆ ਹੋਇਆ ਹੈਗਾ।
ਤੇ ਜੇ ਫੈਮਿਲੀ ਬੈਕਗ੍ਰਾਉਂਡ ਦੀ ਗੱਲ ਕਰੀਏ ਜੀ, ਭਰਾ ਤੇ ਭਰਜਾਈ ਮੇਰੇ ਅਮਰੀਕਾ ਨੇਗੇ, USA ਦੇ ਵਿੱਚ ਪੱਕੇ ਨੇਗੇ, ਤੇ ਮੈਂ ਆਪ ਖੁਦ ਉਧਰ 6 ਮਹੀਨੇ ਲਾ ਕੇ ਆਇਆ ਜੀ, ਨਵੰਬਰ 2019 ਦੇ ਵਿੱਚ ਆਇਆ ਸੀਗਾ। ਤੇ ਫੈਮਿਲੀ ਵੱਲੋਂ ਮੈਨੂੰ ਇੰਨੀ ਜ਼ਿਆਦਾ ਸਪੋਰਟ ਆਈ, ਮੈਂ, ਮੇਰੀ ਮਾਤਾ ਤੇ ਮੇਰੇ ਘਰ ਵਾਲੇ ਜੀ, ਅਸੀਂ ਤਿੰਨੋਂ ਜਣੇ ਮਿਲ ਕੇ ਜੋ ਆਪਾਂ ਧਨੀਆ ਪਾਲਕ ਤੇ ਸਾਗ ਲੈ ਕੇ ਆਉਣੇ ਆ ਜੀ, ਸੱਲੀਆਂ ਤਿੰਨੋਂ ਜਣੇ ਮਿਲ ਕੇ ਇਹਦੀਆਂ ਬੁੱਕੀਆਂ ਬਣਾਉਣੇ ਆ ਜੀ। ਉਦੋਂ ਪਹਿਲਾਂ ਖੇਤੋਂ ਮੈਂ ਤੇ ਮੇਰੀ ਮਾਤਾ ਧਨੀਆ ਤੇ ਪਾਲਕਾ ਜੋ ਸਾਗ ਵਗੈਰਾ ਜੋ ਵੀ ਉੱਥੋਂ ਲੈ ਕੇ ਆਉਣੇ ਆ ਜੀ, ਘਰੇ ਆ ਕੇ ਮੇਰੇ ਘਰ ਵਾਲੀ ਸਾਡੇ ਨਾਲ ਲੱਗਦੀ ਆ। ਹੁਣ ਤਾਂ ਮੇਰਾ ਛੋਟਾ ਜਿਹਾ ਬੇਟਾ ਜੀ 8-9 ਸਾਲ ਦਾ ਰਮਜੋਤ ਸਿੰਘ ਸ਼ੇਰਗਿੱਲ, ਉਹ ਵੀ ਸਾਡੇ ਨਾਲ ਲੱਗਦਾ ਜੀ। ਉਹ ਕਹਿੰਦਾ ਡੈਡੀ ਤੁਸੀਂ ਗੁੱਟੀਆਂ ਬਣਾਓ, ਵੀ ਮੈਂ ਗੁੱਟੀਆਂ ਗਿਣ ਲੱਗਦਾ ਵੀ ਕਿੰਨੀਆਂ ਧਨੀਏ ਦੀਆਂ ਨੇ, ਕਿੰਨੀਆਂ ਪਾਲਕ, ਕਿੰਨੀਆਂ ਸਾਗ ਦੀਆਂ ਨੇ। ਬਈ ਇਹ ਕੰਮ ਮੈਂ ਕਦੇ ਸੋਚਿਆ ਨਹੀਂ ਸੀ, ਹੁਣ ਮੈਨੂੰ ਇਹ ਲੱਗਣ ਲੱਗ ਪਿਆ ਵੀ ਇਹ ਕੰਮ ਦੇ ਵੱਲ ਨਾ ਮੈਨੂੰ ਪ੍ਰਮਾਤਮਾ ਨੇ ਆਪ ਭੇਜਿਆ ਹੈਗਾ। ਤੁਸੀਂ ਮੇਰੇ ਬਾਰੇ ਮੇਰੀ ਫੈਮਿਲੀ ਬੈਕਗ੍ਰਾਉਂਡ 'ਚ ਜਾ ਕੇ ਦੇਖ ਸਕਦੇ ਹੋ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੋਲਟ ਤੇ ਗੱਡੀ ਦੇ ਉੱਤੋਂ ਪੈਰ ਨਹੀਂ ਸੀ ਲਾਉਣਾ ਹੁੰਦਾ। ਕਦੇ ਸ਼ਾਮ ਨੂੰ ਮੂਡ ਬਣਦਾ ਯਾਰਾਂ ਦੋਸਤਾਂ ਨਾਲ, ਐ ਨਹੀਂ ਪਤਾ 4-5 ਵਜੇ ਗੱਡੀ ਚੰਡੀਗੜ੍ਹ ਨੂੰ ਖਿੱਚਦੀ ਜਾਂ ਬਠਿੰਡੇ KFC ਨੂੰ ਖਿੱਚਦੀ। ਸੋ ਵੀ ਜਿਹੜਾ ਮੈਂ ਕਦੇ ਖੇਤੀ ਨਹੀਂ ਦੀ ਕਰੀ। ਜੇ ਕੋਈ ਕਹਿੰਦਾ ਹੁੰਦਾ ਵੀ ਖੇਤੀ ਕਰ ਲਓ ਤਾਂ ਐਂ ਹੁੰਦਾ ਵੀ ਚੱਲ ਬਾਪੂ ਕਰੀ ਜਾਂਦਾ, ਨਾ ਕਦੇ ਉਹਨੇ ਕਿਹਾ ਸੀਗਾ ਵੀ ਕਰ। ਐਂ ਹੁੰਦਾ ਸੀ ਵੀ ਆਪਾਂ ਤਾਂ ਅਜੇ ਤੱਕ ਕਦੇ ਨੱਕਾ ਨਹੀਂ ਮੋੜਿਆ ਹੈਗਾ। ਪਰ ਮੇਰਾ ਇਹ ਚੀਜ਼ ਨਹੀਂ ਲਗਾ ਹੈਗਾ ਸੀਗਾ, ਮੈਨੂੰ ਕੋਈ ਗਰਾਊਂਡ ਲੈਵਲ ਦਾ ਪ੍ਰੈਕਟੀਕਲ ਨਹੀਂ ਸੀ ਹੈਗਾ। ਥਿਓਰੈਟੀਕਲ ਤੌਰ ਤੇ ਯੂਨੀਵਰਸਿਟੀ ਸਾਹਿਬ 'ਚ ਡਾਕਟਰਾਂ ਨਾਲ ਜਾਂਦੇ ਸੀ, ਜਿਵੇਂ ਗੱਲਾਂ ਬਾਤਾਂ ਕਰਨ ਦੇ ਤੌਰ ਤੇ ਵਧੀਆ ਲੱਗਦਾ ਹੁੰਦਾ ਸੀ ਵੀ ਹਾਂ ਖੇਤੀ ਐਂ ਕਰੀਏ, ਖੇਤੀ ਦੇ ਵਿੱਚ ਉਹ ਲਿਆਈਏ, ਪਰ ਕਦੇ ਇੰਨਾ ਨਿਚਲੇ ਪੱਧਰ ਤੇ ਕੰਮ ਨਹੀਂ ਸੀ ਕਰਿਆ। ਸੋ ਪਹਿਲਾਂ ਗੱਲਾਂ ਸੁਣਦੇ ਹੁੰਦੇ ਸੀਗੇ ਵੀ ਸਬਜ਼ੀਆਂ ਦਾ ਜੋ ਕਿਸਾਨ ਫਸਲ ਪੈਦਾ ਕਰਦਾ ਉਹਦਾ ਮੁੱਲ ਨਹੀਂ ਮਿਲਦਾ। ਹੁਣ ਜਦੋਂ ਇਹੀ ਗੱਲ ਮੈਂ ਆਪ ਦੇਖੀ ਵੀ ਇਹ ਸੱਚੀ ਹੀ ਗੱਲ ਆ ਵੀ ਆਪਾਂ ਆਪਦੀ ਫਸਲ ਪੈਦਾ ਕਰਦੇ ਹਾਂ, ਆਪਾਂ ਨੂੰ ਤਾਂ 100 ਰੁਪਏ ਕਿਲੋ ਕਹਿੰਦੇ ਨੇ, ਆਹੀ ਰੇੜੀਆਂ ਤੇ ਆ ਕੇ 300 ਰੁਪਏ ਕਿਲੋ ਹੋ ਜਾਂਦੀ ਆ, 3-3 ਗੁਣਾ ਵਧ ਜਾਂਦੀ ਆ। ਫਿਰ ਸੋਚਿਆ ਵੀ ਕਿਉਂ ਨਾ ਆਪ ਕਰੀਏ। ਵਿੱਚ ਬਹੁਤ ਹੁੰਦੇ ਵੀ ਆ ਜੀ, ਪਰ ਮੈਂ ਇਹ ਸੋਚ ਲੈਂਦਾ ਵੀ ਜਿਹੜੇ ਯਾਰ ਦੋਸਤ ਆਪਣੇ ਕੰਮ ਨੂੰ ਵਧੀਆ ਇਹਨਾਂ ਸਮਝਦੇ ਵੀ ਉਹ ਓਰੀਜਨਲ ਦੋਸਤ ਨਹੀਂ ਹੈਗੇ, ਉਹ ਫੇਕ ਦੋਸਤ ਨੇਗੇ। ਵਿੱਚ ਬਹੁਤ ਦੋਸਤ ਇਹੋ ਜਿਹੇ ਵੀ ਨੇ ਜੋ ਕਈ ਵਾਰ ਸਾਡੇ ਹਰੀਗੜ੍ਹ ਵਾਲੀ ਨਹਿਰ ਦੇ ਪੁਲ ਤੋਂ ਦੇਖ ਲੈਂਦੇ ਨੇ ਵੀ ਬਾਈ ਖੇਤ ਫਿਰਦਾਗਾ, ਤਾਂ ਮੇਰੇ ਕੋਲੇ ਆ ਕੇ ਖੇਤ ਹੈਲਪ ਕਰਦੇ ਆ ਵੀ ਦੱਸ ਬਾਈ ਅਸੀਂ ਤੇਰੇ ਨਾਲ ਕੀ ਕਰਾ ਸਕਦੇ ਹਾਂ। ਹਾਂਜੀ, ਆਪਣੇ ਡਾਕਟਰ ਬਲਦੇਵ ਸਿੰਘ ਨੌਰਥ ਜੀ ਨੇ ਜੋ ਚੀਫ ਆਫ ਐਗਰੀਕਲਚਰ ਡਿਪਾਰਟਮੈਂਟ ਬਰਨਾਲਾ ਦੇ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਂ ਇਹਨੂੰ ਆਪਦੇ ਖੇਤ ਨੂੰ ਜੀ ਹੁਣ ਆਰਗੈਨਿਕ ਵੱਲ ਲੈ ਗਿਆ। ਤੇ ਜੋ ਆਪਣੀ ਇਹ ਫਸਲ ਆਈ ਇਹ ਬਿਨਾਂ ਰੇਹਾਂ ਸਪਰੇਹਾਂ ਤੋਂ ਹੋਈ, ਤੇ ਮੈਂ ਆਪਦੇ ਖੇਤ 'ਚ ਇਸ ਤੋਂ ਬਾਅਦ ਵੀ ਕਦੇ ਵੀ ਕੈਮੀਕਲ ਦਾ ਯੂਜ਼ ਨਹੀਂ ਕਰਦਾ। ਨਾ ਹੀ ਮੇਰੀ ਪਹਿਲਾਂ ਸੋਚ ਸੀਗੀ ਜੀ ਵੀ ਆਪਾਂ ਰੇਹਾਂ ਸਪਰੇਹਾਂ ਦੀਆਂ ਚੀਜ਼ਾਂ ਵਰਤੀਏ, ਪਰ ਪਹਿਲਾਂ ਥੋੜੀ ਗਿਆਨ ਦੀ ਘਾਟ ਹੁੰਦੀ ਸੀ। ਪਰ ਉਸੇ ਟਾਈਮ ਹੀ ਮੇਰੇ ਡਾਕਟਰ ਸਾਹਿਬ ਨੇ ਕਿਤੇ ਆ ਗਏ ਆਪਣੇ ਖੇਤ ਜੀ, ਮੈਂ ਉਹਨਾਂ ਨੂੰ ਵੀਡੀਓ ਭੇਜੀ ਸੀਗੀ, ਉਹ ਮੇਰੇ ਖੇਤ ਆਏ, ਉਹਨਾਂ ਦੀ ਗਾਈਡਲਾਈਨ ਇੰਨੀ ਵਧੀਆ ਜੀ। ਡਾਕਟਰ ਬਲਦੇਵ ਸਿੰਘ ਨੌਰਥ ਦੀ ਗਰਾਊਂਡ ਲੈਵਲ ਤੇ ਕੰਮ ਕਰਦੇ ਹੈਗੇ। ਮੈਨੂੰ ਕਹਿੰਦੇ ਵੀ ਤੂੰ ਕੰਮ ਕਰਨ ਵਾਲਾ ਬਣ, ਵੀ ਤੈਨੂੰ ਥੱਲੋਂ ਲੈ ਕੇ ਉੱਥੇ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ। ਉਹਨਾਂ ਦਾ ਬਹੁਤ ਵਧੀਆ ਰਿਸਪੌਂਸ ਆਈ, ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ। ਸੋ ਮੇਰੀ ਸਾਰੀ ਫਸਲ ਆਈ ਜਿਹੜੀ ਹੁਣ ਇਹ ਆਰਗੈਨਿਕ ਨੂੰ ਸਮਰਪਿਤ ਹੈ ਜੀ। ਇਹ ਬਹੁਤ ਵਧੀਆ ਕਦਮ ਆ ਜੀ। ਨੌਜਵਾਨਾਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜੀ, ਇਹਦੇ 'ਚ ਕੋਈ ਸ਼ਰਮ ਨਹੀਂ ਮੰਨਣੀ ਚਾਹੀਦੀ ਜੀ। ਇਹ ਵਧੀਆ ਸਰਦੇਪੁਰ ਦੇ ਘਰੋਂ ਆ ਜੀ ਮੁੰਡਾ ਸੁਖੀ, ਪਰ ਫਿਰ ਵੀ ਇਹ ਛੱਲੀਆਂ, ਸਾਗ, ਧਨੀਆ, ਸਬਜ਼ੀ ਲੈ ਕੇ ਆਉਂਦਾਗਾ, ਵੇਚਦਾ ਤੇ ਵਧੀਆ ਆਪਦੀ ਦਿਹਾੜੀ ਪਾਉਂਦਾਗਾ ਜੀ। ਇਹਦਾ ਬ੍ਰਦਰ ਇੱਕ ਅਮਰੀਕਾ 'ਚ ਰਹਿੰਦਾਗਾ, ਫਿਰ ਵੀ ਇਹਨੂੰ ਕੋਈ ਰੁਕਾਵਟ ਨਹੀਂ ਜੀ, ਘਰੋਂ ਇਹਨੂੰ ਉਤਸ਼ਾਹ ਗਾ। ਮੈਂ ਤਾਂ ਕਹਿੰਦਾ ਇਸ ਨੌਜਵਾਨ ਤੋਂ ਸਾਰੇ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਆ ਕਿ ਆਪਦੀਆਂ ਸਬਜ਼ੀਆਂ ਪੈਦਾ ਕਰਕੇ, ਨਾਲੇ ਤਾਂ ਜੀ ਇਹ ਦੇਸੀ ਸਬਜ਼ੀਆਂ ਨੇ, ਕੋਈ ਨੁਕਸਾਨ ਨਹੀਂ ਇਹਨਾਂ ਦਾ, ਵੀ ਇਹ ਆਪਦਾ ਕਿੱਤਾ ਬਣਾਇਆ ਜਾਵੇ। ਨੌਜਵਾਨਾਂ ਨੂੰ ਬਾਹਰ ਭੱਜਣ ਦੀ ਬਜਾਏ ਇੱਥੇ ਹੀ ਕੰਮ ਕਰਨਾ ਚਾਹੀਦਾ, ਕੋਈ ਸ਼ਰਮ ਨਹੀਂ ਕਰਨੀ ਚਾਹੀਦੀ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ। ਬਿਲਕੁਲ ਸੱਚ। ਜੋਤਿਸ਼ ਇੱਕ ਵਿਦਿਆ, ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕਿ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕਿ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕਿ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕਿ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕਿ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕਿ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ, ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫਤ ਸੇਵਾ, ਮੁਫਤ ਸਮਾਧਾਨ।